नमस्कार प्यारे बच्चों, ਅੱਜ ਅਸੀਂ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪੜ੍ਹਾਂਗੇ। ਬੱਚਿਓ, ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਕਵਿਤਾ ਲਿਖਣ ਦੀ ਪਹਿਲ ਕੀਤੀ। ਉਹਨਾਂ ਨੇ ਪੂਰਬੀ ਤੇ ਪੱਛਮੀ ਸਾਹਿਤ ਦਾ ਵੀ ਅਧਿਐਨ ਕੀਤਾ ਸੀ ਤੇ ਇਸ ਕਵਿਤਾ ਵਿੱਚ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਹਨ। ਕਿਉਂਕਿ ਉਹਨਾਂ ਨੂੰ ਬੀਤ ਚੁੱਕੇ ਸਮੇਂ ਦੇ ਵਿੱਚ ਉਹਨਾਂ ਨੂੰ ਸੁਨਹਿਰੀ ਸਮਾਂ ਦਿਖਾਈ ਦਿੰਦਾ ਹੈ ਅਤੇ ਨਵੀਂ ਸੱਭਿਅਤਾ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ। ਇਸੇ ਕਰਕੇ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦੇ ਹਨ। ਬੇਟਾ, ਕਵਿਤਾ ਇਸ ਪ੍ਰਕਾਰ ਹੈ। ਉਹ ਪੁਰਾਣਾ ਅਦਬ ਤੇ ਹਿਰਸ ਨਾ, ਉਹ ਪ੍ਰੀਤ ਦੀਆਂ ਪੀੜ੍ਹੀਆਂ ਗੰਢਾਂ, ਉਹ ਕੁੜੀਆਂ ਦੇ ਚਾਅ ਤ੍ਰਿੰਝਣਾਂ ਦੇ ਗਾਵਨ ਕਿੱਥੇ। ਉਹ ਕਹਿੰਦੇ ਹਨ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਅਸੀਂ ਇੱਕ ਦੂਸਰੇ ਦਾ ਸਤਿਕਾਰ ਕਰਦੇ ਸੀ, ਉਹ ਹਿਰਸ ਹੁਣ ਨਜ਼ਰ ਨਹੀਂ ਆਉਂਦੀ। ਪ੍ਰੀਤ ਦੀਆਂ ਬਹੁਤ ਪੀੜ੍ਹੀਆਂ ਗੰਢਾਂ, ਇੱਕ ਦੂਸਰੇ ਦੇ ਨਾਲ ਪਿਆਰ ਵਾਲੀ ਗੱਲ ਅੱਜ ਕੱਲ੍ਹ ਨਜ਼ਰ ਨਹੀਂ ਆਉਂਦੀ। ਉਹ ਕੁੜੀਆਂ ਦੇ ਚਾਅ, ਜਦੋਂ ਕੁੜੀਆਂ ਤ੍ਰਿੰਝਣਾਂ 'ਚ ਇਕੱਠੀਆਂ ਹੋ ਕੇ ਗਾਉਂਦੀਆਂ ਸਨ, ਉਹ ਕਿੱਥੇ ਚਲੇ ਗਏ। ਉਹ ਸ਼ਰੀਕਾਂ ਦੀ ਆਬ ਵਾਲੀ ਗੱਲ ਸਾਰੀ ਗਈ ਆਈ। ਉਹ ਖਾਤਰਾਂ ਤੇ ਸੇਵਾਵਾਂ, ਕੁਰਬਾਨੀਆਂ ਤੇ ਜਰਨੇ, ਜਿਗਰੇ ਤੇ ਹੌਸਲੇ, ਉਹ ਰੋਟੀਆਂ ਤੇ ਮਹਿਫਿਲਾਂ, ਉਹ ਡੂੰਘੀ ਸ਼ਰਮਾਂ, ਸ਼ਰਾਫਤ, ਉਹ ਕਿੱਥੇ। ਇਸ ਵਿੱਚ ਉਹ ਕਹਿੰਦੇ ਹਨ ਕਿ ਜਦੋਂ ਸ਼ਰੀਕਾਂ ਦੀ ਆਪ ਭਗਤ ਕੀਤੀ ਜਾਂਦੀ ਸੀ, ਉਹ ਸਮਾਂ ਹੁਣ ਕਿੱਥੇ ਚਲਾ ਗਿਆ। ਉਹ ਸੇਵਾਵਾਂ ਕਿੱਥੇ ਚਲੀਆਂ ਗਈਆਂ। ਜਦੋਂ ਕਿਸੇ ਦੀ ਖਾਤਰ ਕੀਤੀ ਜਾਂਦੀ ਸੀ, ਉਸ ਦੀ ਸੇਵਾ ਕੀਤੀ ਜਾਂਦੀ ਸੀ। ਕੁਰਬਾਨੀਆਂ ਦੇ ਜਜ਼ਬੇ, ਜਿਗਰੇ ਤੇ ਹੌਸਲੇ ਹੁਣ ਨਜ਼ਰ ਨਹੀਂ ਆਉਂਦੇ। ਰੋਟੀਆਂ ਇਕੱਠੇ ਬੈਠ ਕੇ ਮਹਿਫਿਲਾਂ ਦੇ ਵਿੱਚ ਜਦੋਂ ਲੋਕ ਖਾਂਦੇ ਸਨ, ਇੱਕ ਦੂਸਰੇ ਵੱਲ ਦੇਖ ਕੇ ਡੂੰਘੀ ਸ਼ਰਮ ਵੀ ਮਹਿਸੂਸ ਹੁੰਦੀ ਸੀ ਤੇ ਸ਼ਰਾਫਤ ਵੀ ਉਸ ਵੇਲੇ ਬਹੁਤ ਸੀ। ਉਹ ਸਭ ਕਿੱਥੇ ਚਲਾ ਗਿਆ। ਉਹ ਪੁਰਾਣੇ ਸਮੇਂ ਦੇ ਵਿੱਚ ਤਾਂ ਨਜ਼ਰ ਆਉਂਦਾ ਸੀ, ਲੇਕਿਨ ਕਵੀ ਕਹਿ ਰਿਹਾ ਹੈ ਕਿ ਮੈਨੂੰ ਅੱਜ ਕੱਲ੍ਹ ਨਜ਼ਰ ਨਹੀਂ ਆ ਰਿਹਾ। ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਮੈਂ ਪੁੱਛਿਆ, ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ ਗਠੀਲਾ ਅਣਟੁੱਟ ਜਿਹਾ ਭਾਈਚਾਰਾ ਕਿੱਥੇ। ਇਹਨਾਂ ਲਾਈਨਾਂ 'ਚ ਕਵੀ ਕਹਿ ਰਹੇ ਹਨ ਕਿ ਇੱਕ ਮੈਂ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਿਆ ਕਿ ਅਸੀਂ ਤਾਂ ਅਨਪੜ੍ਹ ਹਾਂ, ਸਾਨੂੰ ਲੋਕ ਨਵੇਂ ਅਨਪੜ੍ਹ ਕਹਿੰਦੇ ਹਨ, ਪਰ ਸਾਡੇ ਅਨਪੜ੍ਹਾਂ ਵਾਲਾ ਪੁਰਾਣਾ ਗਠੀਲਾ ਅਣਟੁੱਟ ਜਿਹਾ ਭਾਈਚਾਰਾ ਹੁਣ ਨਜ਼ਰ ਨਹੀਂ ਆਉਂਦਾ। ਉਹ ਕਿੱਥੇ ਚਲਾ ਗਿਆ। ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲਣਾ ਗੁਆਚ ਗਿਆ ਕਿੱਥੇ। ਉਹ ਇਹ ਪੁੱਛ ਰਹੇ ਹਨ ਉਸ ਨੌਜਵਾਨ ਨੂੰ ਕਿ ਉਹ ਕਿੱਥੇ ਚਲਾ ਗਿਆ ਪਿਆਰ, ਉਹ ਸਾਡਾ ਹੱਸਣਾ ਬੋਲਣਾ ਕਿੱਥੇ ਗੁਆਚ ਗਿਆ ਹੈ। ਦਿਲ ਜ਼ੋਰ ਮਿੰਨਤ ਕਿੱਥੇ, ਮਿੱਠਤ ਕਿੱਥੇ, ਉਹ ਬਾਹਾਂ ਦਾ ਮਾਣ ਜ਼ੋਰ ਸਾਰਾ ਕਿੱਥੇ ਚਲਾ ਗਿਆ। ਜਦੋਂ ਅਸੀਂ ਇੱਕ ਦੂਸਰੇ ਦੀਆਂ ਮਿੰਨਤਾਂ ਵੀ ਕਰਦੇ ਸੀ, ਉਸ ਦਾ ਸਾਥ ਵੀ ਦਿੰਦੇ ਸੀ, ਬਾਹਾਂ ਇੱਕ ਦੂਸਰੇ ਦੇ ਵਾਸਤੇ ਖੜੀਆਂ ਹੁੰਦੀਆਂ ਸਨ, ਇੱਕ ਦੂਸਰੇ ਨੂੰ ਮਾਣ ਦੇਣ ਲਈ ਖੜੀਆਂ ਹੁੰਦੀਆਂ ਸਨ, ਉਹ ਸਾਰਾ ਸਮਾਂ ਕਿੱਥੇ ਚਲਾ ਗਿਆ। ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ, ਨੂੰਹਾਂ ਧੀਆਂ ਦੀ ਲਿਹਾਜ਼ ਦੀ ਸੱਭਿਅਤਾ, ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ। ਪੁਰਾਣੇ ਸਮੇਂ 'ਚ ਜਦੋਂ ਸੱਸਾਂ ਦੇ ਦਿਲ ਸਮੁੰਦਰ ਵਰਗੇ ਹੁੰਦੇ ਸਨ, ਨੂੰਹਾਂ ਧੀਆਂ ਦਾ ਲਿਹਾਜ਼ ਹੁੰਦਾ ਸੀ, ਉਹ ਸਾਰੀ ਸੱਭਿਅਤਾ ਕਿੱਥੇ ਚਲੀ ਗਈ ਹੈ। ਜਦੋਂ ਜਵਾਈਆਂ ਨੂੰ ਮੋਤੀਆਂ ਵਾਂਗ ਸਾਂਭਿਆ ਜਾਂਦਾ ਸੀ, ਉਹਨਾਂ ਦੀ ਆਓ ਭਗਤ ਕੀਤੀ ਜਾਂਦੀ ਸੀ, ਉਹ ਸਮਾਂ ਹੁਣ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ। ਸੱਜ ਵਿਆਹੀਆਂ ਦਾ ਉਹ ਆਦਰ, ਭਾ ਸ਼ਿੰਗਾਰ, ਰੱਤੇ ਸੰਭਾਰ ਕਿੱਥੇ। ਲਾਡ ਤੇ ਮੁਰਾਦਾਂ, ਸ਼ਾਲੂ ਕਿੱਥੇ, ਬਾਗ ਤੇ ਫੁਲਕਾਰੀਆਂ, ਉਹ ਮਹਿੰਦੀ ਦਾ ਰੰਗ ਸੁਹਾਗ ਦਾ, ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ। ਹੁਣ ਇਸ ਦੇ ਵਿੱਚ ਬੱਚਿਓ ਉਹ ਕਹਿ ਰਹੇ ਨੇ ਕਿ ਸੱਜ ਵਿਆਹੀਆਂ ਦਾ ਆਦਰ ਜਦੋਂ ਪੁਰਾਣੇ ਸਮੇਂ 'ਚ ਕੀਤਾ ਜਾਂਦਾ ਸੀ, ਜਦੋਂ ਉਹ ਸ਼ਿੰਗਾਰ ਦੇ ਨਾਲ ਸੱਜ ਸੰਵਰ ਕੇ ਸਾਹਮਣੇ ਆਉਂਦੀਆਂ ਸਨ ਤਾਂ ਬਹੁਤ ਲਾਡ ਪਿਆਰ ਕੀਤੇ ਜਾਂਦੇ ਸਨ। ਔਰ ਸੱਜ ਵਿਆਹੀਆਂ ਕੀ ਪਾਉਂਦੀਆਂ ਸਨ, ਸਾਲੂ, ਬਾਗ, ਫੁਲਕਾਰੀਆਂ ਤੇ ਮਹਿੰਦੀ ਲੱਗੇ ਹੱਥ, ਉਹ ਸਾਰੇ ਹੁਣ ਕਿੱਥੇ ਚਲੇ ਗਏ। ਉਹ ਹੱਥ ਪੈਰ ਰੰਗੇ, ਹੱਥਾਂ ਪੈਰਾਂ 'ਤੇ ਜਦੋਂ ਮਹਿੰਦੀ ਦੇ ਨਾਲ ਬਹੁਤ ਸੁੰਦਰ ਫੁੱਲ ਬਣਾਏ ਜਾਂਦੇ ਸਨ ਤੇ ਪੈਰਾਂ ਵਿੱਚ ਤਿੱਲੇਦਾਰ ਜੁੱਤੀਆਂ ਪਾਈਆਂ ਜਾਂਦੀਆਂ ਸਨ, ਉਹ
ਉਸ ਸਮੇਂ ਸੱਜ ਵਿਹਾਈਆਂ ਦਾ ਜੋ ਕੀ ਸੀ ਉਸ ਵੇਲੇ ਬੱਚਿਓ, ਉਸ ਵੇਲੇ ਸੱਜ ਵਿਹਾਈਆਂ ਜੋ ਵੀ ਸ਼ਿੰਗਾਰ ਕਰਦੀਆਂ ਸਨ ਉਹ ਅੱਜ ਕੱਲ੍ਹ ਕਿਤੇ ਨਜ਼ਰ ਨਹੀਂ ਆਉਂਦਾ। ਇਸ ਚੀਜ਼ ਨੂੰ ਕਵੀ ਜਿਹੜਾ ਹੈ ਉਹ ਬਹੁਤ ਮਹਿਸੂਸ ਕਰਦਾ ਹੈ। ਭਰਾਵਾਂ ਵਿੱਚ ਪੁਰਾਣੀ ਬੁੱਢੀ ਜਿਹੀ ਸੱਭਿਅਤਾ, ਦਰਿਆਵਾਂ ਝਨਾਵਾਂ ਦੇ ਫੇਰ ਵਾਲੀ, ਦੂਰੋਂ ਆਈ ਦੂਰ ਜਾਂਦੀ। ਭਰਾਵਾਂ ਦੇ ਵਿੱਚ ਉਸ ਵੇਲੇ ਬਹੁਤ ਪਿਆਰ ਹੁੰਦਾ ਸੀ, ਲੇਕਿਨ ਕਿਹਾ ਕੀ ਜਾਂਦਾ ਹੈ, ਇਹ ਪੁਰਾਣੀ ਬੁੱਢੀ ਜਿਹੀ ਸੱਭਿਅਤਾ ਦਰਿਆਵਾਂ ਝਨਾਹ ਦੇ ਦਰਿਆਵਾਂ ਵਾਲੀ, ਦੂਰੋਂ ਆਈ ਸੀ ਦੂਰ ਚਲੀ ਗਈ। ਬਿਰਾਦਰੀ ਦਾ ਮਿਲ ਜੀਣਾ ਕਿੱਥੇ, ਉਹ ਸਦੀਆਂ ਦੀ ਬੋੜ ਕਿਸ ਵੱਡੀ, ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ। ਉਸ ਵੇਲੇ ਕੀ ਹੁੰਦਾ ਸੀ ਬੱਚਿਓ ਕਿ ਬੋੜ ਦੀ ਛਾਂ ਥੱਲੇ ਸਾਰੇ ਇਕੱਠੇ ਹੋ ਕੇ, ਪਿੱਪਲ ਦੀ ਛਾਂ ਥੱਲੇ ਸਾਰੇ ਇਕੱਠੇ ਹੋ ਕੇ ਬੈਠਦੇ ਸਨ। ਉਹ ਕਵੀ ਕਹਿ ਰਿਹਾ ਹੈ ਕਿ ਉਹ ਸਭ ਕਿੱਥੇ ਚਲਾ ਗਿਆ। ਹਵਾ ਆਈ ਝੱਖੜ ਆਇਆ, ਉਹ ਕਿਸ ਗੇਰਿਆ। ਹਵਾ ਝੱਖੜ ਦੇ ਵਿੱਚ ਉਹ ਪਿੱਪਲ ਬੋੜ ਸਭ ਡਿੱਗ ਪਏ। ਕਿੱਥੇ ਡਿੱਗੇ? ਹਵਾ ਝੱਖੜ ਨੇ ਡਿੱਗੇ। ਉਹ ਜੰਗਲ ਜ਼ਰੂਰ ਸੀ, ਪੁਰਾਣਾ ਦੰਦ ਕੱਢਿਆ ਗੰਭੀਰ ਸੀ, ਮੰਨਿਆ ਭਾਂਤ ਬੋਲੀਆਂ ਤੇ ਖਿਆਲ ਸੀ। ਅਸੀਂ ਅਣਜਾਣ ਸੀ, ਇੱਕੋ ਜਿਹੇ ਸਿੱਧੇ ਸਾਦੇ ਕੰਮ ਕਰਨ ਵਾਲੇ ਹੱਡ ਸੈ, ਤੇ ਇੱਕ ਅੱਧ ਖਿਆਲ ਕੋਈ ਸੁਣਿਆ ਮੰਨਿਆ ਅਸਾਂ ਲਈ ਬਹੁਤ ਸੀ। ਉਸੇ ਵਿੱਚ ਬਹਿੰਦੇ ਉੱਠਦੇ ਜੀਂਦੇ ਜਾਗਦੇ ਉਹ ਇੱਕ ਖਿਆਲ ਸਾਡੀ ਜਿੰਦ ਜਾਨ ਸੀ। ਉਸ ਵੇਲੇ ਹੁਣ ਕਵੀ ਕੀ ਮਹਿਸੂਸ ਕਰ ਰਿਹਾ ਕਿ ਜਦੋਂ ਅਸੀਂ ਸਿੱਧੇ ਸਾਦੇ ਸੀ, ਭਾਂਤ ਦੀਆਂ ਬੋਲੀਆਂ ਬੋਲਦੇ ਸੀ, ਇੱਕ ਦੂਸਰੇ ਦੇ ਨਾਲ ਜੀ ਜਾਨ ਨਾਲ, ਅਣਜਾਣ ਵਿਅਕਤੀ ਦੇ ਨਾਲ ਵੀ ਰਹਿੰਦੇ ਸੀ ਤੇ ਬਹੁਤ ਮਿਹਨਤ ਕਰਦੇ ਸੀ, ਉਹ ਸਮਾਂ ਕਿੱਥੇ ਚਲਾ ਗਿਆ। ਉੱਠਦੇ ਬੈਠਦੇ ਜੀਂਦੇ ਜਾਗਦੇ ਇੱਕੋ ਹੀ ਖਿਆਲ ਹੁੰਦਾ ਸੀ, ਸਾਡੀ ਜਿੰਦ ਜਾਨ ਸੀ। ਉਹ ਵਿਰਸਾ ਜਿਹੜਾ ਸਾਡੇ ਹੱਥੋਂ ਗੁਆਚ ਗਿਆ ਹੈ, ਉਹ ਮੈਨੂੰ ਕਿਤੇ ਨਜ਼ਰ ਨਹੀਂ ਆ ਰਿਹਾ। ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ, ਕਾਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ, ਇਹ ਗਰੀਬ ਜੋੜ ਮੇਲ ਜਾਣ ਕੁੱਲ ਦੁਨੀਆ ਦੀ ਸੇਵਾ ਕਰਦੇ। ਵਲਾਇਤਾਂ ਜਾਂਦੇ ਕਾਬਲ ਕੰਧਾਰ ਬੁਖਾਰੇ, ਸਫਰ ਝਾਕਦੇ ਜਫਰ ਜਲਦੇ, ਸਫਰ ਸਾਡਾ ਦਿਨ ਰਾਤ ਸੀ। ਸੋਹਣੇ ਉਹਨਾਂ ਰਾਹ ਦੇ ਕੰਮ ਬਣੇ, ਦੇਸ਼ ਆਪ ਨੂੰ ਆਣ ਦੇ। ਉਸ ਵੇਲੇ ਵੀ ਅਸੀਂ ਬੱਚਿਓ, ਕਵੀ ਕਹਿ ਰਿਹਾ ਹੈ ਕਿ ਵਪਾਰ ਕਰਦੇ ਸੀ, ਪਰ ਕਿਹੜਾ ਵਪਾਰ ਕਰਦੇ ਸੀ? ਸੱਚਾ ਸੁੱਚਾ ਸੁਥਰਾ ਵਪਾਰ ਕਰਦੇ ਸੀ। ਕਾਹਲੀ ਵਿੱਚ ਅਮੀਰ ਹੋਣ ਦੇ ਢੰਗ ਜਿਹੜੇ ਆ ਅਪਣਾਏ ਜਾਂਦੇ ਹਨ ਅੱਜ ਕੱਲ੍ਹ, ਉਹਨਾਂ ਨੂੰ ਅਸੀਂ ਨਿੰਦਦੇ ਸੀ, ਔਰ ਹੱਥੀਂ ਹੀ ਅਸੀਂ ਕੰਮ ਕਰਕੇ ਵਲਾਇਤ ਵੀ ਜਾਂਦੇ ਸੀ, ਕਾਬਲ ਕੰਧਾਰ ਬਲਖ ਬੁਖਾਰੇ ਸਭ ਜਗ੍ਹਾ ਜਾਂਦੇ ਸੀ, ਸਫ਼ਰ ਕਰਦੇ ਸੀ, ਦਿਨ ਰਾਤ ਹੱਡ ਭੰਨਦੇ ਮਿਹਨਤ ਕਰਦੇ। ਔਰ ਉਸ ਸਮੇਂ ਕੀ ਕਰਦੇ ਸੀਗੇ? ਉਹਨਾਂ ਦੇ ਕੰਮ ਬਣੇ, ਦੇਸ਼ ਆਪ ਨੂੰ ਆਣ ਦੇ। ਲੇਕਿਨ ਫਿਰ ਵੀ ਆਪਣੇ ਦੇਸ਼ ਨੂੰ ਅਸੀਂ ਯਾਦ ਕਰਦੇ ਸੀ, ਆਪਣੇ ਦੇਸ਼ ਵਿੱਚ ਵਪਾਰ ਕਰਕੇ ਵਾਪਸ ਆਉਣ ਨੂੰ ਮਾਣ ਬਖਸ਼ਦੇ ਸੀ। ਪਹਿਨਣ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ। ਉਸ ਵੇਲੇ ਜਿਹੜੇ ਸਾਡੀਆਂ ਬਣਾਈਆਂ ਚੀਜ਼ਾਂ ਨੂੰ ਪਾਉਂਦੇ ਸਨ ਉਹਨਾਂ ਦੇ ਵੀ ਸ਼ਗਨ ਮਨਾਉਂਦੇ, ਤੇ ਜਿਹੜੇ ਉਹਨਾਂ ਨੂੰ ਬਣਾਉਂਦੇ ਸੀ ਉਹਨਾਂ ਦੇ ਵੀ ਸ਼ਗਨ ਮਨਾਏ ਜਾਂਦੇ ਸਨ। ਦੋਹੇ ਧਿਰਾਂ ਜੀਣ ਵਸਣ ਤੇ ਥੀਣ ਅਸੀਂ ਰੋਟੀਆਂ ਪਏ ਖਾਂਦੇ, ਲੱਦੇ ਜਾਂਦੇ ਲੱਦੇ ਆਉਂਦੇ, ਕਿਹਾ ਸੋਹਣਾ ਉਹ ਵਪਾਰ ਸੀ। ਉਸ ਵੇਲੇ ਵੀ ਅਸੀਂ ਜੋ ਵਪਾਰ ਕਰਦੇ ਸੀ, ਦੋਵੇਂ ਧਿਰਾਂ ਦੇ ਬਾਰੇ ਅਸੀਂ ਸੋਚਦੇ ਸੀ, ਇਕੱਠੇ ਬੈਠ ਕੇ ਰੋਟੀ ਖਾਂਦੇ ਸੀ, ਔਰ ਇਹ ਇੱਛਾ ਕਰਦੇ ਸੀ ਕਿ ਹੇ ਪਰਮਾਤਮਾ ਦੋਵੇਂ ਧਿਰਾਂ ਜਿਉਂਦੀਆਂ ਵਸਦੀਆਂ ਰਹਿਣ। ਤੇ ਇਸ ਤਰ੍ਹਾਂ ਦੀ ਆਸ ਲੈ ਕੇ ਜਦੋਂ ਅਸੀਂ ਕੰਮ ਕਰਦੇ ਸੀ ਤਾਂ ਲੱਦੇ ਜਾਂਦੇ ਸੀ ਤੇ ਲੱਦੇ ਹੀ ਆਉਂਦੇ ਸੀ। ਕਿੰਨਾ ਸੋਹਣਾ ਵਪਾਰ ਸੀ। ਲੇਕਿਨ ਹੁਣ ਉਹ ਵਪਾਰ ਸਾਨੂੰ ਨਜ਼ਰ ਨਹੀਂ ਆ ਰਿਹਾ। ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਦ ਗਏ? ਵਹਿਮ ਸਨ ਸਾਡੇ ਠੀਕ, ਪਰ ਤੁਹਾਡੇ ਕੀ ਘੱਟ ਹਨ। ਨਾਮ ਬਦਲੇ ਰੂਪ ਬਦਲੇ, ਤੱਕੇ ਨੀਜ ਲਾ, ਹੈਨ ਸਭ ਇਹੋ ਜਿਹੇ ਵਹਿਮ ਅੱਜ ਵੀ। ਸੋਹਣਿਆ ਉਸ ਨੌਜਵਾਨ ਨੂੰ ਕਹਿ ਰਿਹਾ ਹੈ ਕਵੀ ਕਿ ਤੂੰ ਦੱਸ ਤਾਂ ਸਹੀ ਉਹ ਵੇਲੇ ਕਿਉਂ ਚਲੇ ਗਏ, ਕਿਉਂ ਸਾਨੂੰ ਨਜ਼ਰ ਨਹੀਂ ਆਉਂਦੇ, ਸਾਡੇ ਹੱਥੋਂ ਉਹ ਨਿਕਲ ਗਏ। ਵਹਿਮ ਸਾਡੇ ਉਸ ਰਹਿਣ ਸਹਿਣ ਨੂੰ ਵਹਿਮ ਕਿਹਾ ਜਾਂਦਾ ਹੈ। ਕਿ ਉਹ ਠੀਕ ਹੈ ਸਾਡੇ ਵਹਿਮ ਸੀ, ਪਰ ਤੁਹਾਡੇ ਵਹਿਮ ਕਿਹੜਾ ਘੱਟ ਹੈ। ਨਵੀਂ ਸੱਭਿਅਤਾ ਦੇ ਬਾਰੇ 'ਚ ਕਵੀ ਕਹਿ ਰਿਹਾ ਹੈ ਕਿ ਤੁਹਾਡੇ ਵਹਿਮ ਵੀ ਹਨ। ਤੁਸੀਂ ਵੀ ਕੀ ਕੀਤਾ? ਨਾਮ ਬਦਲ ਦਿੱਤੇ, ਰੂਪ ਬਦਲ ਦਿੱਤੇ, ਤੱਕੇ ਨੀਜ ਲਾ, ਕਦੇ ਨੀਜ ਲਾ ਕੇ
ਧਿਆਨ ਨਾਲ ਦੇਖੋ ਤਾਂ ਸਹੀ, ਹੈਣ ਸਭ ਉਹੋ ਜਿਹੇ। ਵਹਿਮ ਅੱਜ ਵੀ, ਜਿਸ ਤਰ੍ਹਾਂ ਦੇ ਵਹਿਮ ਸਾਡੇ ਬਾਰੇ ਦੱਸੇ ਜਾਂਦੇ ਹਨ, ਉਹ ਵਹਿਮ ਅੱਜ ਵੀ ਮਿਲਦੇ ਹਨ। ਕਦੇ ਨੀਝ ਲਾ ਕੇ ਦੇਖੋ ਤਾਂ ਸਹੀ। ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ, ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਸੀ। ਠੀਕ ਹੈ, ਸਾਨੂੰ ਕਿਹਾ ਜਾਂਦਾ ਹੈ ਕਿ ਆਦਮੀ ਦੀ ਪੂਜਾ ਕਰਦੇ ਸਨ, ਮੰਨਿਆ ਅਸੀਂ ਉਹ ਗੁਨਾਹ ਕਰਦੇ ਸੀ। ਲੇਕਿਨ ਤੁਸੀਂ ਕੀ ਕਰਦੇ ਹੋ? ਤੁਸੀਂ ਆਦਮੀ ਦੀ ਪੂਜਾ ਨਹੀਂ ਕਰਦੇ, ਠੀਕਰੀਆਂ ਦੀ ਪੂਜਾ ਕਰਦੇ ਹੋ। ਗੱਲ ਤਾਂ ਇੱਕੋ ਹੀ ਹੈ। ਜੇ ਠੀਕਰੀਆਂ ਦੀ ਪੂਜਾ ਕਰਨ ਲੱਗ ਪਏ ਤਾਂ ਫਿਰ ਇਹ ਕਿਹੜਾ ਪੁੰਨ ਦਾ ਕੰਮ ਕਰ ਰਹੇ ਹੋ ਨਵੀਂ ਸੱਭਿਅਤਾ ਵਾਲਿਓ। ਸੇਵਾ ਕਰਨੀ, ਮਜ਼ਦੂਰੀ ਮੰਗਣੀ ਨਾ ਕੁਝ ਜਾਹਿਲ ਸੀ। ਅਸੀਂ ਸੇਵਾ ਕਰਦੇ ਸੀ, ਕੰਮ ਕਰਕੇ ਮਨਜ਼ੂਰੀ ਨਹੀਂ ਮੰਗਦੇ ਸੀ। ਜਦੋਂ ਅਸੀਂ ਮਜ਼ਦੂਰੀ ਨਹੀਂ ਮੰਗਦੇ ਸੀ ਤਾਂ ਸਾਨੂੰ ਅਨਪੜ੍ਹ, ਜਾਹਿਲ, ਗਵਾਰ ਕਿਹਾ ਜਾਂਦਾ ਸੀ। ਕੂੜ ਪਾਪ ਕਰ ਅਮੀਰ ਹੋਣਾ, ਵਹਿਲਾ ਵਹਿਲਾ ਇਹ ਬੇਸਬਰੀ ਕਦ ਅੰਮ੍ਰਿਤ ਬਣੀ ਸੀ। ਲੇਕਿਨ ਮੈਂ ਇਹ ਕਹਿੰਦਾ ਹਾਂ ਕਿ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਅਮੀਰ ਹੋਣ ਵਾਸਤੇ ਕੂੜ ਪਾਪ ਕਮਾਉਣਾ, ਹੌਲੀ ਹੌਲੀ ਇਹ ਕਦੋਂ ਅੰਮ੍ਰਿਤ ਬਣ ਗਿਆ? ਜੇ ਤੁਸੀਂ ਚੰਗੀ ਮੱਤ ਨਹੀਂ ਲੈ ਸਕਦੇ ਤਾਂ ਸਾਡੀ ਮੱਤ ਨੂੰ ਵੀ ਇਹ ਤਾਂ ਨਾ ਕਹੋ ਕਿ ਅਸੀਂ ਅਨਪੜ੍ਹ ਗਵਾਰ ਸੀ। ਸੋਹਣਿਆ, ਦੱਸ ਨਾ ਉਹ ਵੇਲੇ ਕਿੱਧਰ ਲੰਘ ਗਏ? ਹੇ ਨੌਜਵਾਨ, ਤੂੰ ਮੈਨੂੰ ਦੱਸ ਤਾਂ ਸਹੀ ਕਿ ਜਿਹੜੇ ਵੇਲੇ ਸਾਡੇ ਸੀਗੇ, ਪੁਰਾਣੀ ਸੱਭਿਅਤਾ ਦੇ ਸੀ, ਉਹ ਕਿੱਥੇ ਚਲੇ ਗਏ, ਕਿੱਥੇ ਲੰਘ ਗਏ? ਉਹ ਪਿੱਪਲਾਂ ਦੇ ਪੱਤਿਆਂ ਦੀ ਚੂਮ ਚੂਮ ਜਿਹੜੀ ਸਾਡੇ ਗੂੰਗੇ ਦਿਲਾਂ ਨੂੰ ਵਿਲੁੰਦਰਦੀ ਸੀ, ਉਹ ਖੜਦੇ ਕਿਉਂ ਨਿੰਮੋ ਝੋਣ ਹੋ ਅੱਜ? ਕੋਈ ਨਾਚ ਉਹਨਾਂ ਦਾ ਨਾ ਹੁਣ ਦੇਖਣੇ ਆਉਂਦਾ ਕਿ ਅੰਦਰ ਦੀ ਖੁਸ਼ੀ ਸਾਰੀ ਮਰ ਗਈ। ਪਿੱਪਲ ਦੇ ਪੱਤੇ ਜਦੋਂ ਝੂਮਦੇ ਸਨ ਤਾਂ ਉਸ ਵੇਲੇ ਇੰਨੀ ਖੁਸ਼ੀ ਆਉਂਦੀ ਸੀ ਕਿ ਹਰ ਇੱਕ ਦਾ ਦਿਲ ਜਿਹੜਾ ਹੈ ਉਹ ਇਸ ਚੀਜ਼ ਨੂੰ ਦੇਖ ਕੇ ਵਿਲੁੰਦਰਦਾ ਸੀ ਕਿ ਚਾਰੋਂ ਪਾਸੇ ਉਹ ਅੱਜ ਵੀ ਨਿੰਮੋ ਝੁਣ ਬੇਅਸਰ ਜਿਹੇ ਖੜਕਦੇ ਹਨ। ਕੌਣ? ਪਿੱਪਲ ਦੇ ਪੱਤੇ। ਪਿੱਪਲ ਦੇ ਪੱਤੇ ਅੱਜ ਕੱਲ੍ਹ ਪਿੱਪਲ ਹੀ ਨਾ ਰਹੇ ਤੇ ਪਿੱਪਲ ਦੇ ਪੱਤੇ ਦੀ ਉਹ ਆਵਾਜ਼ ਕਿੱਥੋਂ ਨਜ਼ਰ ਆਣੀ? ਕੋਈ ਨਾਚ ਦੇਖਣ ਵਾਸਤੇ ਉਹਨਾਂ ਦਾ ਕਿਉਂ ਨਹੀਂ ਆਉਂਦਾ ਕਿ ਸਾਰੀ ਖੁਸ਼ੀ ਮਰ ਗਈ ਹੈ? ਪੱਠ ਪਈ ਅੱਜ ਦੀ ਸੱਭਿਅਤਾ, ਜਿਹੜੀ ਦੌੜਦੀ ਹੱਫਦੀ ਦੌੜ ਦੌੜ ਆਰਾਮ ਚਾਹੇ ਲੈਣਾ, ਇੱਕੋ ਵੇਰੀ ਇੱਕੋ ਦਿਨ ਦੋਹਾਂ ਹੱਥਾਂ ਨਾਲ। ਇਸ ਵਿੱਚ ਕਵੀ ਬੱਚਿਓ ਕਹਿ ਰਿਹਾ ਹੈ ਕਿ ਮੈਨੂੰ ਅੱਜ ਦੀ ਸੱਭਿਅਤਾ ਨਹੀਂ ਚੰਗੀ ਲੱਗਦੀ। ਪੱਠ ਪਵੇ ਇੱਦਾਂ ਦੀ ਸੱਭਿਅਤਾ ਜਿਹੜੀ ਕੀ ਕਰਦੀ ਹੈ, ਦੌੜ ਦੌੜ ਕੇ ਇੱਕੋ ਵਾਰੀ ਸਾਰੇ ਦੇ ਸਾਰੇ ਸੁੱਖ ਦੋਹਾਂ ਹੱਥਾਂ ਨਾਲ ਇਕੱਠੇ ਕਰ ਲੈਣਾ ਚਾਹੁੰਦੀ ਹੈ। ਇਸ ਤਰ੍ਹਾਂ ਤਾਂ ਵਰਤਮਾਨ ਪੰਜਾਬੀ ਸੱਭਿਅਤਾ ਜੋ ਹੈ ਬੱਚਿਓ, ਉਹ ਹਰ ਜਾਇਜ਼ ਤੇ ਨਜਾਇਜ਼ ਤਰੀਕੇ ਨਾਲ ਪਦਾਰਥੀ ਬਣ ਗਈ ਹੈ, ਸੁੱਖਾਂ ਦੇ ਪਿੱਛੇ ਲੱਗੀ ਹੋਈ ਹੈ। ਉਸਨੂੰ ਇਹ ਕੁਝ ਨਹੀਂ ਪਤਾ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ, ਪਰ ਬਦਨਾਮ ਕਿਹਨੂੰ ਕਰ ਰਹੀ ਹੈ? ਪੁਰਾਣਿਆਂ ਨੂੰ। ਅੰਬਾਂ ਦੇ ਬੂਰ ਪਏ ਕਿਰਦੇ ਬੇਬਸ ਹੋ, ਸੋਹਣੀਆਂ ਪੀਂਘਾਂ ਹੁਣ ਨਾ ਝੂਟਦੀਆਂ। ਅੰਬਾਂ ਨੂੰ ਬੂਰ ਪੈ ਗਏ, ਲੇਕਿਨ ਹੁਣ ਕੀ ਹੈ? ਹੁਣ ਔਰਤਾਂ ਪੀਂਘਾਂ ਝੂਟਣ ਉੱਥੇ ਨਹੀਂ ਆਉਂਦੀਆਂ। ਕਿਉਂ ਨਹੀਂ ਆਉਂਦੀਆਂ? ਕਿਉਂਕਿ ਤਰਿੰਜਣਾਂ ਹੀ ਖਤਮ ਹੋ ਗਈਆਂ। ਇਹ ਕੀ ਹੈ? ਮੁਰਦਿਹਾਣ ਜਿਹੀ। ਉਹ ਹੁਣ ਪੁਰਾਣੇ ਵਿਆਹ ਦੇ ਰੰਗ ਨਹੀਂ, ਢੰਗ ਨਹੀਂ, ਕੁਝ ਉਦਲਣ ਉਦਾਲਣ ਜਿਹਾ ਬਸ ਲੱਗਦਾ ਹੈ। ਕਿਸੇ ਦਾ ਵਿਆਹ ਹੋਵੇ ਤਾਂ ਕੀ ਨਜ਼ਰ ਆਉਂਦਾ ਹੈ? ਇਸ ਤਰ੍ਹਾਂ ਲੱਗਦਾ ਹੈ ਕਿ ਇਹ ਮੁਰਦਿਆਣ ਜਿਹੀ ਪਈ ਹੋਈ ਹੈ। ਪਹਿਲੇ ਵਰਗੇ ਗੀਤ, ਰੰਗ, ਰਾਗ ਕੁਛ ਨਜ਼ਰ ਨਹੀਂ ਆਉਂਦਾ। ਪੁਰਾਣੇ ਵਿਆਹ ਵਿੱਚ ਜੋ ਰੰਗ ਨਜ਼ਰ ਆਉਂਦੇ ਸੀ ਉਹ ਅੱਜ ਕੱਲ੍ਹ ਨਹੀਂ ਹੈ। ਅੱਜ ਕੱਲ੍ਹ ਤਾਂ ਕੀ ਮਹਿਸੂਸ ਹੋ ਰਿਹਾ? ਜਦੋਂ ਕਿਸੇ ਦਾ ਵਿਆਹ ਵੀ ਦੇਖਦੇ ਹਾਂ ਤਾਂ ਉਹ ਵੀ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅੱਜ ਤਾਂ ਇਸ ਤਰ੍ਹਾਂ ਹੈ ਜਿਵੇਂ ਕੁੜੀ ਮੁੰਡੇ ਨਾਲ ਉਦਲ ਗਈ ਹੋਵੇ ਤੇ ਮੁੰਡਾ ਕੁੜੀ ਨੂੰ ਉਦਾਲ ਕੇ ਲੈ ਗਿਆ ਹੋਵੇ। ਉਹ ਜੰਝਾਂ ਕਿੱਥੇ? ਉਹ ਵੇਹਲ, ਉਹ ਖੁੱਲ੍ਹ, ਉਹ ਚਾਅ ਦੱਸੋ ਨਾ ਕਿੱਥੇ ਟੁਰ ਗਿਆ ਸਾਰਾ? ਅੱਜ ਪੁਰਾਣੇ ਸਮੇਂ ਵਾਂਗ ਜੰਝ ਨਹੀਂ ਆਉਂਦੀ। ਅੱਜ ਵਿਆਹ ਦੇ ਢੰਗ ਵਾਸਤੇ ਕੋਈ ਕਿਸੇ ਕੋਲ ਵੇਲ ਨਹੀਂ ਹੈ। ਖੁੱਲ੍ਹ ਤੇ ਚਾਅ ਸਾਰੇ ਕਿੱਧਰੇ ਉੱਡ ਗਏ? ਮੈਨੂੰ ਤੇ ਨਜ਼ਰ ਨਹੀਂ ਆਉਂਦੇ। ਅੱਜ ਦੇ ਵਿਆਹ ਢੰਗ ਰਸਹੀਨ ਤੇ ਫਿੱਕੇ ਹੋ ਗਏ ਹਨ। ਦੱਸੋ ਨਾ ਉਹ ਸਮਾਂ ਕਿੱਥੇ ਟੁਰ ਗਿਆ? ਉਹ ਸ਼ਗਨ ਮਨਾਵਣੇ, ਉਹ ਢੋਲਕੀਆਂ ਦੇ ਗੀਤ ਜਿਹੜੇ ਗੀਤ ਦੀ ਰਗ ਰਗ ਛੇੜਦੇ, ਉਹ ਕੁੜੀਆਂ ਕਵਾਰੀਆਂ ਦੇ ਮਨ ਦੇ ਚਾਅ ਦੇ ਟੱਪੇ, ਨਿੱਕੇ ਨਿੱਕੇ ਕੋਇਲਾਂ ਦੀਆਂ ਭਾਂਤ ਭਾਂਤ ਬੋਲੀਆਂ,
ਉਹ ਰਾਗ ਨਵੇਂ ਨਵੇਂ ਸੱਜਰੇ ਸਿੱਜੇ ਸਿੱਜੇ ਭਿੱਜੇ ਭਿੱਜੇ। ਰੂਹਾਂ ਵਿੱਚੋਂ ਜਿਹੜੇ ਨਿਕਲਦੇ ਉਹ ਘੋੜੀਆਂ ਉਹ ਸੁਹਾਗ, ਉਹ ਦੋ ਦੋ ਗੱਲਾਂ ਦੇ ਹਾਸੇ, ਉਹ ਮਖੌਲੀ ਤਬੀਅਤਾਂ ਖੁਸ਼ੀ ਭਰਨ ਵਾਲੀਆਂ। ਬੱਚਿਓ, ਇਹਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਸ਼ਗਨ ਮਨਾਏ ਜਾਂਦੇ ਸਨ, ਢੋਲਕੀਆਂ 'ਤੇ ਗੀਤ ਗਾਏ ਜਾਂਦੇ ਸਨ, ਰਾਗ ਛੇੜੇ ਜਾਂਦੇ ਸਨ, ਅਤੇ ਕੁਆਰੀਆਂ ਕੁੜੀਆਂ ਦੇ ਮਨ ਵਿੱਚ ਬਹੁਤ ਚਾਅ ਹੁੰਦਾ ਸੀ ਜਦੋਂ ਉਹ ਟੱਪੇ ਗਾਉਂਦੀਆਂ ਸਨ। ਨਿੱਕੇ ਨਿੱਕੇ ਕੋਇਲਾਂ ਵਾਂਗਰ ਉਹ ਬੋਲ ਬੋਲਦੀਆਂ। ਉਹ ਰਾਗ, ਉਹ ਸੱਜ ਵਿਆਹੇ ਸਭ ਅੱਜ ਕੱਲ੍ਹ ਨਹੀਂ ਨਜ਼ਰ ਆਉਂਦੇ। ਉਹ ਕਿੱਥੇ ਚਲੇ ਗਏ? ਉਹ ਰੂਹਾਂ ਦੇ ਵਿੱਚੋਂ ਘੋੜੀਆਂ ਤੇ ਸੁਹਾਗ ਨਿਕਲਦੇ ਸਨ, ਉਹ ਕਿੱਥੇ ਹਨ? ਨਹੀਂ ਹੈ। ਉਹ ਮਖੌਲ ਜੋ ਵਿਆਹਾਂ ਵਿੱਚ ਇੱਕ ਦੂਸਰੇ ਨੂੰ ਕੀਤੇ ਜਾਂਦੇ ਸਨ, ਉਹ ਵੀ ਕਿਤੇ ਨਜ਼ਰ ਨਹੀਂ ਆਉਂਦੇ। ਉਹ ਦਾਤੇ, ਉਹ ਭੰਡਾਰੀ, ਉਹ ਜਾਂਝੀ, ਉਹ ਮਾਂਝੀ, ਉਹ ਜੰਝਾਂ ਜਗਮਗ ਕਿੱਥੇ ਕੇਸਰ ਦੀਆਂ ਰੰਗੀਆਂ। ਇਸ 'ਚ ਕਵੀ ਕਹਿ ਰਿਹਾ ਕਿ ਜਦੋਂ ਜੰਝ ਆਉਂਦੀ ਸੀ, ਇੱਕ ਦੂਸਰੇ ਨੂੰ ਮਖੌਲ ਕਰਦੇ ਸੀ, ਭੰਡ ਆਉਂਦੇ ਸਨ, ਜਾਂਝੀ ਸੀ, ਉਹਨਾਂ ਨੂੰ ਜਗਮਗ ਕਰਦੀਆਂ ਕੇਸਰੀ ਪੱਗਾਂ ਬੰਨੀਆਂ ਹੁੰਦੀਆਂ ਸਨ, ਕੇਸਰੀ ਰੰਗ ਨਜ਼ਰ ਆਉਂਦਾ ਸੀ। ਉਹ ਕਿੱਥੇ ਚਲਾ ਗਿਆ? ਉਹ ਲਾੜੇ ਦਾ ਘੋੜੀ 'ਤੇ ਚੜ੍ਹਨਾ, ਲਾੜਾ ਜਦੋਂ ਘੋੜੀ ਚੜ੍ਹਦਾ ਸੀ, ਹੁਣ ਨਹੀਂ ਨਜ਼ਰ ਆਉਂਦਾ। ਉਹ ਭੈਣਾਂ ਲਾੜੇ ਦੀਆਂ ਦਾ ਗਾ ਵਾਗਾਂ ਦਾ ਗੁੰਦਣਾ। ਭੈਣਾਂ ਕੀ ਕਰਦੀਆਂ ਸਨ? ਉਸ ਘੋੜੀ ਦੇ ਅੱਗੇ ਗੀਤ ਗਾਉਂਦੀਆਂ, ਵਾਗ ਗੁੰਦਦੀਆਂ। ਉਹ ਕਿੱਥੇ ਚਲਾ ਗਿਆ? ਉਹ ਘੋੜੀ ਚਿੱਟੀ ਦਾ ਨਾਜ਼ ਤੇ ਚਾਅ ਵਿੱਚ ਲਾੜੇ ਨੂੰ ਚੁੱਕ ਮੋਢੇ ਖੁਸ਼ੀ ਥੀ ਨਾ। ਉਸਦੇ ਗਲ ਦੀਆਂ ਗਾਨੀਆਂ ਦਾ ਭੈਣਾਂ ਨਾਲ ਰਲ ਮਿਲ ਗਾਵਣਾ। ਜਦੋਂ ਕੁੜੀਆਂ ਗੀਤ ਗਾਉਂਦੀਆਂ ਸਨ ਤਾਂ ਘੋੜੀ ਚਿੱਟੀ ਦੇ ਨਾਜ਼ ਨਖਰੇ ਵੀ ਆਪਣਾ ਚੱਕੇ ਜਾਂਦੇ ਸਨ, ਪਰ ਉਹ ਅੱਜ ਨਜ਼ਰ ਨਹੀਂ ਆਉਂਦੇ। ਖੁਸ਼ੀ ਦੇ ਨਾਲ ਲਾੜੇ ਨੂੰ ਮੋਢੇ 'ਤੇ ਚੁੱਕਣਾ, ਉਹ ਸਭ ਗੱਲਾਂ ਪੁਰਾਣੀਆਂ ਹੋ ਗਈਆਂ, ਉਹ ਕਿਤੇ ਨਜ਼ਰ ਨਹੀਂ ਆਉਂਦੀਆਂ। ਭੈਣਾਂ ਦਾ ਰਲ ਮਿਲ ਗੀਤ ਗਾਣਾ ਵੀ ਕਿਤੇ ਨਜ਼ਰ ਨਹੀਂ ਆਉਂਦਾ। ਉਹ ਨੇਜੇਬਾਜ਼ੀਆਂ ਵਿਆਹਾਂ 'ਤੇ, ਉਹ ਰੰਗ ਬਰੰਗ ਦੀਆਂ ਚੌਂਚਲਾਂ, ਉਹ ਖੇਡਾਂ, ਉਹ ਕੌਡੀਆਂ, ਉਹ ਖੁੱਲ੍ਹੇ ਖੇਤਾਂ ਵਿੱਚ ਦੌੜਾਂ ਖੁਸ਼ੀ ਦੀਆਂ, ਉਹ ਦਰਿਆਵਾਂ ਦਾ ਨਹਾਣ ਜਾਣਾ, ਢੋਲਕੀ ਵੱਜਦੇ, ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ ਤੇ ਕਬੱਡੀਆਂ। ਵਿਆਹਾਂ ਦੇ ਵਿੱਚ ਨੇਜੇਬਾਜ਼ੀ ਚਲਦੀਆਂ ਸਨ, ਰੰਗ ਬਿਰੰਗੇ ਚੌਂਚਲੇ, ਹੋਰ ਵੀ ਬਹੁਤ ਸਾਰੇ ਰਸਮ ਰਿਵਾਜ, ਖੇਡਾਂ, ਕੌਡੀਆਂ ਖੇਡਣਾ, ਖੁੱਲ੍ਹੇ ਖੇਤਾਂ ਦੇ ਵਿੱਚ ਦੌੜਨਾ ਤੇ ਖੁਸ਼ੀ ਮਨਾਉਣੀ, ਦਰਿਆਵਾਂ 'ਤੇ ਢੋਲਕੀ ਲੈ ਕੇ ਨੱਚਦੇ ਜਾਣਾ, ਤੇ ਕੁਸ਼ਤੀਆਂ ਕਬੱਡੀਆਂ, ਉਹ ਸਭ ਅੱਜ ਕੱਲ੍ਹ ਕਿੱਥੇ ਚਲੀਆਂ ਗਈਆਂ। ਕਵੀ ਉਹਨਾਂ ਨੂੰ ਲੱਭ ਰਿਹਾ ਹੈ ਕਿ ਉਹ ਮੈਨੂੰ ਕਿਤੇ ਨਜ਼ਰ ਨਹੀਂ ਆਉਂਦੀਆਂ। ਉਹ ਪੁਰਾਣਾ ਪੰਜਾਬ ਕਿੱਥੇ ਚਲਾ ਗਿਆ? ਸਭ ਜੀਣ ਦਾ ਚਾਅ, ਹੋਣ ਦਾ ਮਾਣ, ਥੀਣ ਦਾ ਨਸ਼ਾ ਕਿੱਥੇ? ਉਹ ਪਿਆਰੀ ਬਸੰਤ ਦੀਆਂ ਫੁੱਲਾਂ ਦੀਆਂ ਹੋਲੀਆਂ। ਜਦੋਂ ਪੁਰਾਣੇ ਸਮੇਂ 'ਚ ਫੁੱਲਾਂ ਦੀਆਂ ਹੋਲੀਆਂ ਖੇਡੀਆਂ ਜਾਂਦੀਆਂ ਸਨ, ਚਾਅ ਤੇ ਗੀਤ ਗਾਏ ਜਾਂਦੇ ਸਨ, ਇੱਕ ਨਸ਼ਾ ਜਿਹਾ ਹੋ ਜਾਂਦਾ ਸੀ, ਉਹ ਅੱਜ ਕੱਲ੍ਹ ਕਿੱਥੇ ਚਲਾ ਗਿਆ? ਉਹ ਨਜ਼ਰ ਨਹੀਂ ਆਉਂਦਾ। ਬਾਗ ਬਾਗ ਭਰ ਪਿਚਕਾਰੀਆਂ ਰੂਪਾਂ ਦਾ ਖੇਡਣਾ, ਉਹ ਲੋਹੀਆਂ ਦੀ ਲੱਕੜਾਂ ਦੀ ਮੰਗ ਬੂਹੇ ਬੂਹੇ, ਉਹ ਕੁੜੀਆਂ ਦਾ ਜੁੜਨਾ, ਅੱਗ ਦੇ ਚੁਫੇਰੇ ਤੇ ਗਿੱਧਾ ਪਾ ਗਾਉਣਾ। ਜਦੋਂ ਬੂਹੇ ਬੂਹੇ ਜਾ ਕੇ ਲੋਹੜੀ ਵਾਸਤੇ ਲੱਕੜਾਂ ਮੰਗਦੀਆਂ ਸਨ ਕੁੜੀਆਂ, ਉਹ ਸਮਾਂ ਅੱਜ ਨਹੀਂ ਰਿਹਾ, ਉਹ ਅਲੋਪ ਹੋ ਗਿਆ ਹੈ। ਔਰ ਜਦੋਂ ਇਕੱਠੇ ਹੋ ਕੇ ਰਾਤ ਨੂੰ ਕੀ ਕਰਦੇ ਸਨ? ਧੂਣੀ ਲਗਾ ਕੇ ਉਸਦੇ ਆਲੇ ਦੁਆਲੇ ਗਿੱਧਾ ਪਾਉਂਦੇ ਸਨ। ਉਹ ਕੁੜੀਆਂ ਦਾ ਜੁੜਨਾ ਕਿੱਥੇ ਚਲਾ ਗਿਆ? ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਵਹਿਮ ਜੇ ਉੱਡੇ ਤਾਂ ਉੱਡੇ ਸਦਕੇ, ਵਹਿਮਾਂ ਦਾ ਉੱਡਣਾ ਜ਼ਰੂਰ ਸੀ, ਪਰ ਸਾਡੀਆਂ ਸਾਰੀਆਂ ਖੁਸ਼ੀਆਂ ਨਾਲੇ ਗਈਆਂ। ਜਿੰਦ ਕਿੱਥੇ ਟੁਰ ਗਈ ਨਾਲੇ, ਰੂਹ ਕਿੱਥੇ ਟੁਰ ਗਿਆ। ਔਖਾ ਹੈ ਜਿੰਦਾਂ ਫਸਣੀਆਂ ਨੂੰ ਕੱਢਣਾ, ਕੰਢੇ ਨਾਲੋਂ ਫੁੱਲ ਨੂੰ ਤੋੜਨਾ, ਫੁੱਲ ਨੂੰ ਮਾਰਨਾ। ਹੁਣ ਇਸ ਦੇ ਵਿੱਚ ਬੱਚਿਓ ਕਵੀ ਕੀ ਕਹਿ ਰਿਹਾ ਹੈ ਉਸ ਨੌਜਵਾਨ ਨੂੰ ਕਿ ਵਰਤਮਾਨ ਸਮੇਂ ਦੇ ਵਿੱਚ ਠੀਕ ਹੈ ਪੁਰਾਣੇ ਵਹਿਮ ਭਰਮ ਉੱਡ ਗਏ, ਲੇਕਿਨ ਹੋ ਕੀ ਰਿਹਾ ਹੈ? ਇਹਨਾਂ ਦੇ ਦੂਰ ਹੋਣ ਦੇ ਨਾਲ ਸਾਡੀਆਂ ਸਾਰੀਆਂ ਖੁਸ਼ੀਆਂ ਵੀ ਛਪਨ ਹੋ ਗਈਆਂ ਹਨ। ਸਾਨੂੰ ਖੁਸ਼ੀਆਂ ਵੀ ਨਜ਼ਰ ਨਹੀਂ ਆਉਂਦੀਆਂ। ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿ ਪੰਜਾਬ ਦੀ ਜਿੰਦ ਜਾਨ ਕਿੱਥੇ ਚਲੀ ਗਈ ਹੈ। ਅਰਥਾਤ ਪੰਜਾਬ ਦੇ ਵਿੱਚ ਜੋ ਖੁਸ਼ੀਆਂ ਤੇ ਖੇੜੇ ਪਹਿਲੇ ਨਜ਼ਰ ਆਉਂਦੇ ਸੀ, ਉਹ ਨਵੀਂ ਸੱਭਿਅਤਾ ਦੇ ਨਾਮ ਤੇ ਮੈਨੂੰ ਹੁਣ ਨਜ਼ਰ ਨਹੀਂ ਆਉਂਦੇ।
ਜਿੰਦ ਕਿੱਥੇ ਟੁਰ ਗਈ, ਨਾਲੇ ਰੂਹ ਕਿੱਥੇ ਟੁਰ ਗਿਆ। ਇਸ ਪੰਜਾਬ ਦੀ ਰੂਹ ਤੇ ਜਿੰਦ ਜਾਨ ਕਿੱਥੇ ਚਲੀ ਗਈ, ਮੈਨੂੰ ਨਹੀਂ ਲੱਭਦੀ ਕਿਤੇ ਵੀ। ਅਸਲ ਵਿੱਚ ਕਿੱਥੇ ਹੈ? ਜਦੋਂ ਕਿਸੇ ਫੁੱਲ ਨੂੰ ਉਸਦੇ ਕੰਡੇ ਦੇ ਨਾਲੋਂ ਵਿਛੋੜਿਆ ਜਾਂਦਾ ਹੈ ਤਾਂ ਕੰਡੇ ਨਾਲੋਂ ਫੁੱਲ ਨੂੰ ਤੋੜਨਾ ਮਤਲਬ ਫੁੱਲ ਦਾ ਨਾਸ਼ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੇ ਨਾਲ ਹੋਇਆ ਕਿ ਪੁਰਾਤਨਤਾ ਦੀਆਂ ਬੁਰਾਈਆਂ ਨਾਲੋਂ ਅਲੱਗ ਕਰਨ ਲਈ ਅਸੀਂ ਆਪਣੇ ਵਿਰਸੇ ਨੂੰ ਹੀ ਗਵਾ ਬੈਠੇ, ਅਸੀਂ ਆਪਣੀਆਂ ਖੁਸ਼ੀਆਂ ਨੂੰ ਹੀ ਮਾਰ ਬੈਠੇ। ਦੱਸਣਾ ਇਹ ਕੀ ਹੋਇਆ, ਕਿਸ ਲਈ ਸਭ ਕੁਝ ਖੋਇਆ, ਦਵਾਈ ਖਾ ਮਰੀਜ਼ ਹੀ ਮੋਇਆ, ਸਾਡੇ ਹੱਥ ਕੀ ਆਇਆ, ਦਿਲ ਸਾਡੇ ਸਖਣੇ ਲਾਟ ਬੁਝ ਗਈ। ਹੁਣ ਇਸ 'ਚ ਬੱਚਿਓ ਕਵੀ ਕਹਿ ਰਿਹਾ ਹੈ ਕਿ ਸਾਡੇ ਹੱਥ ਕੀ ਆਇਆ। ਹੁਣ ਅੱਜ ਦੀ ਸੱਭਿਅਤਾ 'ਚ ਕੀ ਹੈ ਕਿ ਅਸੀਂ ਪੰਜਾਬ ਨੂੰ ਨਵੇਂ ਰੰਗ ਦੇਣ ਦੇ ਚੱਕਰ ਵਿੱਚ ਉਹੀ ਕੰਮ ਕਰ ਬੈਠੇ ਕਿ ਦਵਾਈ ਦੇ ਕੇ ਮਰੀਜ਼ ਨੂੰ ਠੀਕ ਕਰਨਾ ਚਾਹੁੰਦੇ ਸੀ ਤੇ ਮਰੀਜ਼ ਹੀ ਮਰ ਗਿਆ। ਇਸ ਦੇ ਵਿੱਚ ਉਹ ਕਵੀ ਸੋਚ ਰਿਹਾ ਹੈ ਕਿ ਇਹ ਕਿਉਂ ਹੋਇਆ, ਸਾਡੇ ਦਿਲ ਤਾਂ ਸਖਣੇ ਹੋ ਗਏ, ਸਾਡੀ ਖੁਸ਼ੀਆਂ ਦੀ ਲਾਟ ਹੀ ਬੁਝ ਗਈ, ਲੇਕਿਨ ਹੋਇਆ ਕਿਉਂ, ਪੁਰਾਣਾ ਵਿਰਸਾ ਹੀ ਗਵਾਚ ਗਿਆ। ਤੇ ਪੁਰਾਣਾ ਵਿਰਸਾ ਗਵਾਚਣ ਨਾਲ ਕੀ ਹੋਇਆ ਬੱਚਿਓ, ਕਵੀ ਜਿਹੜਾ ਹੈ ਉਹ ਲੱਭ ਰਿਹਾ ਹੈ ਕਿ ਨਵੀਨਤਾ ਦੇ ਨਾਂ ਦੇ ਉੱਤੇ ਪੰਜਾਬ ਦਾ ਰਸ ਰੰਗ ਹੀ ਖਤਮ ਕਰ ਦਿੱਤਾ, ਉਸ ਦੀ ਆਤਮਾ ਹੀ ਖਤਮ ਕਰ ਦਿੱਤੀ ਗਈ ਹੈ। ਧੰਨਵਾਦ ਬੱਚਿਓ।